सतगुरां दे सिखां दा ते सतगुरु जी अपने सिखां दा नराਦਰ कदे भी सहारदे ने। सतगुरां ने सिद्धे सिद्ध ही भजन कीते कि साडे सिख निमरता दे नाल हथ जोड़ के प्रशादा मंगण गए सन। ਏਮਨਾਬਾਦ ਨਗਰ ਦੇ ਲੋਕ बड़े हंकारी ਹਨ, ਸਾਡਿਆਂ ਗੁਰਸਿੱਖਾਂ ਤਾਈਂ ਧੱਕੇ ਮਾਰੇ ਨੇ। ਤੇ ਹੁਣ ਕਾਬਲ ਦੇ ਇਲਾਕੇ ਵਿੱਚੋਂ ਬਾਬਰ ਚੜ੍ਹ ਕੇ ਆਵੇਗਾ, ਜਿਸ ਨੇ ਹੱਥ ਤੋੜਨੇ ਨੇ, ਹੱਥ ਜੋੜਨੇ ਨਹੀਂ, ਹੱਥ ਤੋੜਨੇ ਨੇ। ਧੱਕੇ ਦੇ ਨਾਲ ਇਹਨਾਂ ਤੋਂ ਦਾਨ ਮੰਗੇਗਾ, ਇਸ ਪ੍ਰਕਾਰ ਇਹ ਉਹਦਾ ਸਾਹਮਣਾ ਨਹੀਂ ਕਰ ਸਕਣਗੇ। ਐਸੀ ਅਕਾਲ ਪੁਰਖ ਵਾਹਿਗੁਰੂ ਦੀ ਕਰਾਮਾਤ ਬਣਦੀ ਹੈ। ਬਾਬਰ ਚੜ੍ਹ ਕੇ ਆਇਆ ਹੈ, ਆ ਕਰਕੇ ਪਠਾਨਾਂ ਦੇ ਨਾਲ ਭਿੜਿਆ ਹੈ, ਔਰ ਪਠਾਨਾਂ ਨੂੰ ਇਸ ਪ੍ਰਕਾਰ ਜਿਵੇਂ ਘੜੇ ਅਸਮਾਨ ਵਿੱਚੋਂ ਡਿੱਗਦੇ ਨੇ, ਬੱਗੀਆਂ ਫਸਲਾਂ ਨੂੰ ਭੰਨ ਸੁੱਟਦੇ ਨੇ, ਇੱਦਾਂ ਮੁਗਲਾਂ ਦੀਆਂ ਰਫਲਾਂ ਦੇ ਵਿੱਚੋਂ ਗੋਲੀਆਂ ਵਰਸਦੀਆਂ ਨੇ ਤੇ ਜੋ ਪਠਾਨਾਂ ਨੂੰ ਇਸ ਪ੍ਰਕਾਰ ਮਾਰ ਸੁੱਟ ਰਹੀਆਂ ਨੇ। ਜਦੋਂ ਕੁਝ ਪਠਾਨ ਮਾਰੇ ਗਏ ਔਰ ਕੁਝ ਦੌੜ ਗਏ ਤੇ ਇਹਨਾਂ ਮੁਗਲਾਂ ਨੇ, ਬਾਬਰ ਦਿਆਂ ਫੌਜਦਾਰਾਂ ਨੇ ਏਮਨਾਬਾਦ ਨਗਰ ਨੂੰ ਲੁੱਟਣਾ ਸ਼ੁਰੂ ਕੀਤਾ ਹੈ। ਇਹਨਾਂ ਪਠਾਨਾਂ ਦੇ ਘਰਾਂ ਦੇ ਵਿੱਚ ਵੜਦੇ ਨੇ, ਜੋ ਵੀ ਧਨ ਪਦਾਰਥ ਹੱਥ ਲੱਗਦਾ ਹੈ, ਜੋ ਵੀ ਇਹਨਾਂ ਦੀਆਂ ਬਹੂ ਬੇਟੀਆਂ ਹੱਥ ਲੱਗਦੀਆਂ ਨੇ, ਉਹਨਾਂ ਬੱਚਿਆਂ ਨੂੰ, ਉਹਨਾਂ ਬਜ਼ੁਰਗਾਂ ਨੂੰ ਬੰਦੀ ਬਣਾ ਕੇ ਚੱਲੇ ਨੇ। ਸਾਰਾ ਧਨ ਪਦਾਰਥ ਲੁੱਟ ਕੇ ਲੈ ਚੱਲੇ। ਤੇ ਭਾਈ ਬਾਲਾ ਜੀ ਕਹਿੰਦੇ ਅਸੀਂ ਬੈਠੇ ਵੇਖ ਰਹੇ ਸੀ, ਇੰਨੇ ਕੁ ਸਮੇਂ ਨੂੰ ਬਾਬਰ ਦਾ ਇੱਕ ਫੌਜਦਾਰ ਮੁਗਲ ਸਾਡੇ ਵੱਲ ਆਇਆ ਹੈ। ਔਰ ਜਦੋਂ ਸਾਨੂੰ ਤਿੰਨਾਂ ਨੂੰ ਬੈਠਿਆਂ ਨੂੰ ਵੇਖਿਆ ਹੈ, ਮੈਂ ਹਾਂ, ਭਾਈ ਮਰਦਾਨਾ ਹੈ, ਔਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੁਝ ਸਿਪਾਹੀਆਂ ਨੂੰ ਸੱਦਿਆ ਹੈ ਔਰ ਹੁਕਮ ਕੀਤਾ ਹੈ ਕਿ ਇਹਨਾਂ ਤਿੰਨਾਂ ਜਾਣਿਆਂ ਨੂੰ ਵੀ ਬੰਦੀ ਬਣਾ ਲਿਆ ਜਾਵੇ। ਇਹਨਾਂ ਨੂੰ ਲੁੱਟੇ ਸਮਾਨ ਦੀਆਂ ਪੰਡਾਂ ਚੁਕਾ ਦਿੱਤੀਆਂ ਜਾਣ। ਭਾਈ ਬਾਲਾ ਜੀ ਕਹਿੰਦੇ ਇਸ ਪ੍ਰਕਾਰ ਭਾਈ ਮਰਦਾਨੇ ਨੂੰ ਇੱਕ ਅੜੀਅਲ ਘੋੜਾ ਫੜਾਇਆ ਹੈ, ਜਿਹੜਾ ਕਦੇ ਵੀ ਸਿੱਧਾ ਨਹੀਂ ਤੁਰਦਾ, ਆਪਣੀ ਮਰਜ਼ੀ ਦੇ ਨਾਲ ਸ਼ਰਫੇ ਮਾਰਦਾ ਜਾਂਦਾ ਹੈ। ਤੇ ਮੇਰੇ ਸਿਰ ਤੇ ਭਾਈ ਬਾਲਾ ਜੀ ਕਹਿੰਦੇ ਭਾਰੀ ਪੰਡ ਰੱਖੀ ਹੈ। ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ ਕਰਾਮਾਤ ਨੂੰ ਜਾਣਦੇ ਨਹੀਂ, ਖੋਟਿਆਂ ਪੱਗਾਂ ਵਾਲੇ ਨੇ, ਘੱਟ ਬੁੱਧੀ ਵਾਲੇ ਨੇ ਕਿ ਮੁਗਲ। ਗੁਰੂ ਨਾਨਕ ਦੇਵ ਜੀਆਂ ਦੇ ਸਿਰ ਦੇ ਉੱਪਰ ਇੱਕ ਭਾਰੀ ਪੰਡ ਰੱਖੀ ਹੈ। ਕਹਿੰਦੇ ਐਸੀ ਕਰਾਮਾਤ ਭਾਈ ਬਾਲਾ ਜੀ ਕਹਿੰਦੇ ਵੇਖੀ। ਗੁਰੂ ਨਾਨਕ ਪਾਤਸ਼ਾਹ ਦੇ ਸਿਰ ਤੋਂ ਇੱਕ ਜੱਟ ਉੱਚੀ ਉਹ ਪੰਡ ਟਿਕੀ ਹੋਈ ਹੈ। ਸਤਿਗੁਰਾਂ ਦੇ ਸਿਰ ਦੇ ਉੱਪਰ ਉਹ ਭਾਰ ਪੈ ਨਾ ਸਕੇ। ਕਹਿੰਦੇ ਇਸ ਪ੍ਰਕਾਰ ਸਾਨੂੰ ਅੱਗੇ ਲਾ ਕੇ ਉਹਨਾਂ ਨੇ ਤੋਰਿਆ ਹੈ। ਜਦੋਂ ਕੁਝ ਕੁ ਸਮਾਂ ਅਸੀਂ ਤੁਰਦੇ ਗਏ ਹਾਂ, ਰਸਤਾ ਲੰਘਦੇ ਗਏ ਹਾਂ, ਤੇ ਗੁਰੂ ਨਾਨਕ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਮਰਦਾਨਾ ਰਬਾਬ ਵਜਾਓ, ਗੁਰਬਾਣੀ ਆਈ ਹੈ। ਤੇ ਭਾਈ ਮਰਦਾਨੇ ਨੇ ਜਵਾਬ ਦਿੱਤਾ, ਮਹਾਰਾਜ ਰਬਾਬ ਕਿਹੜਿਆਂ ਹੱਥਾਂ ਨਾਲ ਵਜਾਵਾਂ, ਜਿਨ੍ਹਾਂ ਹੱਥਾਂ ਨਾਲ ਰਬਾਬ ਵਜਾਉਣੀ ਹੈ ਉਹਨਾਂ ਹੱਥਾਂ ਨਾਲ ਤਾਂ ਇਹ ਬੜਾ ਬੜੀ ਜਿਹੜਾ ਘੋੜਾ ਚਾਚਲ ਘੋੜਾ ਪਕੜਿਆ ਹੋਇਆ ਹੈ। ਜੇਕਰ ਘੋੜੇ ਨੂੰ ਛੱਡ ਦਿੱਤਾ ਤੇ ਘੋੜਾ ਦੌੜ ਜਾਵੇਗਾ, ਮੁਗਲਾਂ ਨੇ ਮੈਨੂੰ ਮਾਰ ਦੇਣਾ ਹੈ, ਕੁੱਟ ਦੇਣਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਉਚਾਰ ਔਰ ਘੋੜੇ ਦੀਆਂ ਜੋ ਲਗਾਮਾਂ ਉਹ ਛੱਡ ਦੇ, ਆਪੇ ਮਗਰ ਮਗਰ ਤੁਰਿਆ ਆਵੇਗਾ। ਇੱਦਾਂ ਹੀ ਹੁਕਮ ਮੰਨਿਆ ਭਾਈ ਮਰਦਾਨੇ ਨੇ। ਘੋੜੇ ਨੂੰ ਆਪਣੇ ਹੱਥਾਂ ਦੇ ਵਿੱਚੋਂ ਛੱਡਿਆ ਹੈ। ਉਹਨਾਂ ਹੱਥਾਂ ਦੇ ਨਾਲ ਰਬਾਬ ਮਗੜੀ ਵਜਾਉਣੀ ਸ਼ੁਰੂ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਉਚਾਰ ਰਹੇ ਨੇ, ਘੋੜਾ ਆਪਣੇ ਆਪ ਪਿੱਛੇ ਪਿੱਛੇ ਆ ਰਿਹਾ ਹੈ। ਇੱਦਾਂ ਹੀ ਭਾਈ ਬਾਲਾ ਜੀ ਕਹਿੰਦੇ ਜਦੋਂ ਬਾਬਰ ਦੇ ਦਰਬਾਰ ਅੰਦਰ ਪਹੁੰਚੇ ਹਾਂ ਤੇ ਲੋਕਾਂ ਨੇ ਐਸਾ ਕੌਤਕ ਵੇਖਿਆ ਹੈ ਕਿ ਜਿਹੜਾ ਅੜੀਅਲ ਘੋੜਾ ਹੈ ਸ਼ਾਂਤ ਹੋਇਆ ਪਿੱਛੇ ਆਪਣੇ ਆਪ ਆਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਸਿਰ ਤੇ ਜੋ ਭਾਰੀ ਪੰਡ ਹੈ ਉਹ ਇੱਕ ਜੱਟ ਉੱਪਰ ਆਪਣੇ ਆਪ ਹੀ ਉੱਠੀ ਹੋਈ ਹੈ। ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਖੁਦਾ ਜਾਣ ਕੇ, ਸੰਤ ਜਾਣ ਕੇ ਸਿਰ ਝੁਕਾਇਆ ਹੈ। ਤੇ ਇੰਨੇ ਕੁ ਸਮੇਂ ਨੂੰ ਬਾਬਰ ਦਾ ਦਰਬਾਰ ਆਇਆ ਹੈ ਤੇ ਸਾਨੂੰ ਵੀ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤਾ ਹੈ।
बाबर का एक जोड़ा अहलकार है सिपाही है जगीरदार दौड़ के बाबर कोल गया है कहन लगा है बाबर तेरी कैद के विच एक ऐसा संत आया है जिहड़ा पल दे विच तेरे तख्त नूं तहश नहश कर सकता है पल दे विच तेरी जिहड़ी पातशाही है उस नूं मिट्टी कर सकता है। ऐसा कौतुक मैं पहला कदे नहीं वेखिया जो अज वेख के आया है। भाई बाबा जी कहते इधर साढ़े वास्ते दो चक्कियां लिया ने तीन चक्कियां लिया एक भाई मरदाने मूहरे एक मेरे मूहरे और एक गुरु नानक पातशाह के मूहरे रखी है। कहते होर भी जोड़े बंदी बनाए सन इमानाबाद के लोग वो चक्कियां घुमा रहे हैं बड़े जोर के नाल दाना पीस रहे हैं घोड़िया का मुगलों का और सानों भी आगे हुक्म कर दिता है कि इन्होंने चक्कियां गेड़ो और दाना जोड़ा है वो भी ना करो। तो गुरु नानक पातशाह ने इस प्रकार जदों अपनी कृपा दृष्टि उस चक्की के उपर पाई है महाराज एक हाथ के नाल दाना पाई जाते हैं तो चक्की आपे ही फिर आई। ऐसा कौतुक जदों थके हुए दबे कुचले लोगों ने वेख्या है आकर के सतगुरां के चरणों की शरण विच पाए कि गुरु नानक पातशाह सब तो बड़ी वड्डी भुल होई है। असीं आप जियां दे गुरसिखां दा इमानाबाद के अंदर निरादर किया इन्हां नूं धक्के मारे प्रसादा नहीं छकाया पर महाराज हुण बड़े असीं भी भुखे हाँ जंग के मैदान विच साडे फट लगे ने 700 चक्कियां चलदियां ने ते गुरु नानक पातशाह ने हुक्म किया भाई उस परमेश्वर वाहिगुरू का नाम जपो जिहदे हुक्म दे विच ये सारा संसार चलता है फिर चक्कियां की चीज़। इस प्रकार उन्होंने लोगों ने मुख तो वाहिगुरू वाहिगुरू उचारिया है और सारिया ही चक्कियां अपने आप गिड़ रही ने। इन्ने क समय में बाबर चल के आया है जदों ऐसा कौतुक सतगुरां दा वेख्या है कि लोग अपने हाथों के नाल दाना पा रहे हैं तो चक्कियां अपने आप चल रही हैं। बाबा ने आकर के धन साहिब श्री गुरु नानक देव जी के चरणों के उपर अपना सिर रख दिता है मथा टेक दिता है। इतों तक पिछले कथा विचार आया सब आओ जिस प्रकार अगे गुरु अध्यास आता है श्रद्धा प्रेम भावना के नाल मन चित बिरत में एकाग्र करके आने वाला गुरु अध्यास श्रवण करिए जी। सतनाम श्री वाहिगुरू साहिब जीओ। दोहरा श्री नानक अवलोक कै। जदों बाबर ने आकर के गुरु नानक पातशाह के चरणों के उपर अपना सिर रखा है गुरु नानक पातशाह ने वेख्या है बाबर दे वल और वेख करके महाराज बोले ने बोले शब्द उठाए। महाराज उच्ची धुन दे विच उच्चा बोला बोले ने जी। सब लोगन की जस दसा। महाराज बाबर को दसना चाहते थे कि जिन्ना इमानाबाद के लोगों को तू मार मकाया है उजाड़ दिता है बंदी बना लिया है जिन्हों के खून के नाल तो खून की होली खेडी है उन्होंने लोगों की महाराज पहला वाली और हुण वाली जो हालत बयान करते हैं। महाराज जी उच्ची आवाज में बाबा ताई उन्होंने इमानाबाद नगर के लोगों का उजड़न तो पहला का हाल और उजड़न तो बाद का हाल दसते ने जी। आसा राग के अंदर गुरु नानक पातशाह बख्शिश करते हैं अष्टपदियां इस शब्द का नाम है। अष्टपदियां तो भाव 8 पैरों वाला 8 हिस्सों वाला ये शब्द है। कर तीजे के अंदर महाराज इस शब्द को उचारते हैं एक अद्वैत स्वरूप है अद्वैत तो रहता है वो अंग समूह का प्रकाशक है सत दास तो रहता है गुरु चेतन स्वरूप है प्रसाद आनंद स्वरूप है।
ਐਸੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ ਜੀ। ਜਿਨ ਸੇ ਸੋਹਣ ਪੱਕੀਆਂ ਮੰਗੀ ਪਾਏ ਸੰਦੂਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੈ ਬਾਬਰ ਵੇਖ ਜੋ ਤੂੰ ਹਿੰਦੂਆਂ ਦੀਆਂ ਲੜਕੀਆਂ ਔਰ ਪਠਾਨਾਂ ਦੀਆਂ ਲੜਕੀਆਂ ਜੋ ਏਮਨਾਬਾਦ ਦੇ ਅੰਦਰ ਬੜੀ ਖੁਸ਼ੀ ਵਸਦੀਆਂ ਸਨ, ਤੂੰ ਉਹਨਾਂ ਨੂੰ ਬੰਦੀ ਬਣਾਇਆ ਹੈ। ਜਿਨ ਸਿਰ ਸੋਹਣ ਪੱਟੀਆਂ, ਜਿਨ੍ਹਾਂ ਨੇ ਕਦੇ ਆਪਣੇ ਸਿਰਾਂ ਨੂੰ ਬੜੇ ਸੁੰਦਰ ਤਰੀਕੇ ਨਾਲ ਸਵਾਰਿਆ ਹੁੰਦਾ ਸੀ, ਵਾਲਾਂ ਦੀਆਂ ਮੀਡੀਆਂ ਕੀਤੀਆਂ ਹੁੰਦੀਆਂ ਸੀ ਬੜੇ ਵੱਖੋ ਵੱਖਰੇ ਤਰੀਕਾਂ ਦੇ ਨਾਲ, ਜੋ ਆਪਣੇ ਕੇਸਾਂ ਨੂੰ ਆਪਣੇ ਵਾਲਾਂ ਨੂੰ ਵਾਹੁੰਦੀਆਂ ਸਨ। ਜਿਨ ਸਿਰ ਸੋਹਣ ਪੱਟੀਆਂ ਮੰਗੇ ਪਾਏ ਸੰਦੂਰ, ਔਰ ਜਿਨ੍ਹਾਂ ਦੀਆਂ ਮੰਗਾਂ ਜਿਨ੍ਹਾਂ ਦੇ ਚੀਰ ਹਨ ਜੋ ਆਪਣੇ ਸਿਰ ਤੇ ਉਹ ਇਸ ਪ੍ਰਕਾਰ ਸੰਦੂਰ ਦੇ ਨਾਲ ਭਰੇ ਰਹਿੰਦੇ ਸਨ। ਜਿਨ੍ਹਾਂ ਨੇ ਆਪਣੇ ਆਪ ਨੂੰ ਸੁਹਾਗਣਾ ਸਮਝਿਆ ਸੀ ਔਰ ਆਪਣੇ ਸੁਹਾਗ ਦਾ ਸੰਦੂਰ ਹੈ ਜੋ ਆਪਣੇ ਸਿਰ ਵਿੱਚ ਪਾਉਂਦੀਆਂ ਸਨ ਜੀ। ਐਸੇ ਸਿਰ ਕਾਕੀ ਮੁੰਦੀਆਂ ਗਲ ਵਿੱਚ ਆਵੇ ਕਸ਼ੂਰ। ਤੇ ਬਾਬਰ ਤੋਂ ਉਹ ਜਿਹੜੇ ਸੁੰਦਰ ਵਾਲ ਸਨ, ਸੁੰਦਰ ਕੇਸ ਸਨ, ਉਹਨਾਂ ਨੂੰ ਤੂੰ ਜਾ ਕਰਕੇ ਕਿਰਪਾਨਾਂ ਦੇ ਨਾਲ, ਤਿੱਖੀਆਂ ਦਾਤਰੀਆਂ ਦੇ ਨਾਲ, ਕੈਂਚੀਆਂ ਦੇ ਨਾਲ ਕੁਤਰ ਦਿੰਦਾ ਹੈ। ਤੂੰ ਉਹਨਾਂ ਦੇ ਕੇਸਾਂ ਨੂੰ ਕਤਲ ਕਰ ਦਿੰਦਾ ਹੈ, ਕੱਟ ਦਿੱਤਾ ਹੈ। ਗਲ ਵਿੱਚ ਆਵਾ ਧੂੜ ਤੇ ਉਹਨਾਂ ਦੇ ਗਲਾਂ ਵਿੱਚ ਟੁੱਟਿਆ ਕੇਸਾਂ ਦਾ, ਟੁੱਟੇ ਹੋਏ ਵਾਲਾਂ ਦਾ ਇਸ ਪ੍ਰਕਾਰ ਧੂੜ ਪਾਈ ਗਈ। ਜਿਹੜੇ ਉਹਨਾਂ ਦੇ ਸੁੰਦਰ ਕੇਸ ਕਦੇ ਸੰਧੂਰ ਦੇ ਨਾਲ ਭਰੇ ਰਹਿੰਦੇ ਸਨ, ਤੇਰੀਆਂ ਫੌਜਾਂ ਨੇ ਜਾ ਕੇ ਐਸਾ ਜਬਰ ਜਨਾਹ ਕੀਤਾ ਹੈ। ਉਹਨਾਂ ਦੇ ਜਿਹੜੇ ਕੇਸ ਨੇ ਵਾਲ ਕੱਟ ਦਿੱਤੇ ਨੇ, ਮੰਗਾਂ ਦੇ ਵਿੱਚ ਪਾਏ ਹੋਏ, ਚੀਰਾਂ ਦੇ ਵਿੱਚ ਪਾਏ ਹੋਏ ਜਿਹੜੇ ਸੰਧੂਰ ਉਹ ਹਟਾ ਦਿੱਤੇ ਨੇ, ਤੇ ਉਹਨਾਂ ਦੇ ਗਲ ਦੇ ਵਿੱਚ ਬੇਪਤੀ ਦੀ ਧੂੜ ਪਾਈ ਹੈ ਜੀ। ਪਹਿਲਾ ਅੰਦਰ ਹੋਦੀਆ ਹੁਣ ਬਹਿਨ ਤਾਂ ਮਿਲਨ ਹਜ਼ੂਰ। ਇਹ ਸਾਰੇ ਮਹਿਲਾਂ ਦੇ ਵਸਨੀਕ ਸਨ, ਇਹ ਮਹਿਲਾਂ ਦੇ ਵਿੱਚ ਵਸਣ ਵਾਲੇ ਸਨ ਔਰ ਮਹਿਲਾਂ ਦੇ ਵਿੱਚ ਰਹਿੰਦੇ ਬੜੇ ਹੰਕਾਰੀ ਹੋ ਚੁੱਕੇ ਸਨ। ਸਾਡੇ ਗੁਰਸਿੱਖ ਪ੍ਰਸ਼ਾਦਾ ਲੈਣ ਜਾਂਦੇ ਤੇ ਧੱਕੇ ਮਾਰ ਕੇ ਭੈੜੇ ਬੋਲ ਕੇ ਉਹਨਾਂ ਨੂੰ ਮੋੜ ਦਿੰਦੇ ਸਨ। ਮਹਿਲਾਂ ਅੰਦਰ ਹੁੰਦੀਆਂ ਇਹ ਕਦੇ ਮਹਿਲਾਂ ਦੇ ਅੰਦਰ ਬੈਠ ਕਰਕੇ ਬੜੇ ਆਨੰਦ ਮਾਣਦੀਆਂ ਸਨ। ਹੁਣ ਬਹਿਣ ਨਾ ਮਿਲਣਾ ਦੂਰ, ਤੇ ਹੁਣ ਇਹਨਾਂ ਨੂੰ ਮਹਿਲਾਂ ਦੇ ਨੇੜੇ ਜਾਣਾ ਵੀ ਨਸੀਬ ਨਹੀਂ ਹੋਵੇਗਾ। ਆਦੇਸ਼ ਬਾਬਾ ਆਦੇਸ਼। ਆਦੇਸ਼ ਦਾ ਅਰਥ ਹੈ ਨਮਸਕਾਰ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਹਮੇਸ਼ਾ ਹੀ ਨਮਸਕਾਰ ਹੈ, ਕਿਉਂਕਿ ਮਹਾਰਾਜ ਤੂੰ ਚਾਹੇ ਤੇ ਕਿਸੇ ਨੂੰ ਮਹਿਲਾਂ ਦੇ ਤਖਤ ਰਾਜ ਬਖਸ਼ ਦਿੰਦਾ ਹੈ, ਤੂੰ ਚਾਹੇ ਤੇ ਮਿੱਟੀ ਦੇ ਵਿੱਚ ਮਿਲਾ ਦਿੰਦਾ, ਤੂੰ ਚਾਹੇ ਤੇ ਉਹ ਮਹਿਲਾਂ ਦੇ ਅੰਦਰ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਦੇ ਨੇ, ਤੇ ਤੂੰ ਚਾਹੇ ਤੇ ਮਹਿਲਾਂ ਦੇ ਕੋਲ ਬੈਠਣਾ ਵੀ ਨਸੀਬ ਨਹੀਂ ਹੁੰਦਾ। ਐਸੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਦੇਖੇ ਵੇਸ। ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਅੰਤ ਜਾਣਿਆ ਨਹੀਂ ਜਾਂਦਾ। ਤੂੰ ਕਿੰਨਾ ਰੰਗਾਂ ਦੇ ਵਿੱਚ ਰਾਜੀ ਹੈ। ਵੇਖ ਇਹ ਪਠਾਨ ਵੀ ਤੇਰੇ ਰਚੇ ਨੇ, ਇਹ ਹਿੰਦੂ ਵੀ ਤੇਰੇ ਹੀ ਬਣਾਏ ਨੇ, ਤੇ ਇਹ ਮੁਗਲ ਵੀ ਤੇਰੇ ਹੀ ਚੜਾਏ, ਤੇਰੇ ਹੀ ਬਣਾਏ। ਇਕਨਾਂ ਨੂੰ ਤੂੰ ਜਿੱਤ ਬਖਸ਼ ਦਿੱਤੀ ਹੈ, ਇਕਨਾਂ ਨੂੰ ਤੂੰ ਹਾਰਾ ਦਿੱਤਾ ਹੈ, ਇਕਨਾਂ ਦੇ ਗਲ ਵਿੱਚ ਹਾਰ ਪਾ ਦਿੱਤੀ ਹੈ। ਮਹਾਰਾਜ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਐਸਾ ਅੰਤ ਹੈ। ਇਹ ਸਾਰੇ ਭੇਸ, ਸਾਰੇ ਲਿਬਾਸ, ਰੰਗ, ਕੌਤਕ, ਤਮਾਸ਼ੇ ਇਹ ਸਾਰੇ ਤੇਰੇ ਨੇ, ਇਹਨਾਂ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਠਹਿਰਾਓ ਦਾ ਵਿਸ਼ਰਾਮ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜਦੋਂ ਇਹ ਨਵੀਆਂ ਵਿਆਹੀਆਂ ਸਨ, ਜਿਹੜੇ ਇਹਨਾਂ ਦੇ ਘਰ ਵਾਲੇ ਨੇ, ਇਹਨਾਂ ਦੇ ਲਾੜੇ ਨੇ, ਇਹਨਾਂ ਦੇ ਕੋਲ ਬੈਠੇ ਬੜੀ ਸੋਭਾ ਪਾਉਂਦੇ ਸਨ। ਡੋਲੀ ਚੜਾਈਆ ਚੰਦ ਖੰਡ ਕੀਤੇ ਰਾਸ। ਦੰਦ ਖੰਡ ਕੀਤੇ ਰਾਸ। ਇਹ ਢੋਲੀ ਇਹ ਪਾਲਕੀਆਂ ਤੇ ਚੜ੍ਹ ਕੇ ਆਈਆਂ ਸਨ, ਡੋਲਿਆਂ ਦੇ ਵਿੱਚ ਚੜ੍ਹ ਕੇ ਬੜੀ ਸ਼ਾਨੋ ਸ਼ੌਕਤ ਨਾਲ ਆਈਆਂ ਸਨ।
ਔਰ ਜਿਹੜੇ ਇਹਨਾਂ ਦੇ ਮੁੱਖ ਹਨ ਨਾ ਦੰਦ ਹਨ, ਉਹ ਇਸ ਪ੍ਰਕਾਰ ਮਿੱਠਾ ਖਵਾ ਕਰਕੇ ਰਾਸ ਕੀਤੇ ਸਨ। ਜਾਂ ਇਹਨਾਂ ਦੇ ਬਾਹਾਂ ਦੇ ਵਿੱਚ ਜੋ ਹਾਥੀ ਦੇ ਦੰਦ ਹਨ, ਉਹਨਾਂ ਦੇ ਜਿਹੜੇ ਚੂੜੇ ਪਹਿਲੇ ਸਨ ਕੰਗਣ ਪਾਏ ਹੋਏ ਸਨ। ਜਾਂ ਫਿਰ ਇੱਦਾਂ ਅਰਥ ਕਰ ਲਵੋ ਕਿ ਜਿਹੜੇ ਇਹਨਾਂ ਦੇ ਦੰਦ ਹਨ, ਉਹ ਜਦੋਂ ਘਰ ਦੀ ਦਹਲੀਜ਼ ਲੰਘਾਉਣਾ ਸੀ ਇਹਨਾਂ ਨੂੰ, ਉਦੋਂ ਇਹਨਾਂ ਦੇ ਮੁੱਖਾਂ ਦੇ ਵਿੱਚ ਮਿੱਠਾ ਪਾ ਭਰ ਕੇ ਇਹਨਾਂ ਦਾ ਸਤਿਕਾਰ ਕੀਤਾ ਸੀ। ਪ੍ਰਭੂ ਪਾਣੀ ਵਾਰੀਐ ਝੱਲੇ ਝਿਮਕਣ ਪਾਸ। ਤੇ ਇਹਨਾਂ ਦੀਆਂ ਜੋ ਸੱਸਾਂ ਹਨ, ਜਦੋਂ ਦਰਵਾਜ਼ੇ ਉੱਪਰ ਇਹ ਵਿਆਹ ਕੇ ਆਈਆਂ ਸਨ, ਇਹਨਾਂ ਦੀਆਂ ਸੱਸਾਂ ਨੇ ਇਹਨਾਂ ਦੇ ਸਿਰਾਂ ਦੇ ਉੱਪਰੋਂ ਪਾਣੀ ਵਾਰਿਆ ਸੀ। ਤੇ ਇਹਨਾਂ ਦੀਆਂ ਜੋ ਦਾਸੀਆਂ ਸਨ, ਸੇਵਾਦਾਰ ਸਨ, ਉਹ ਜਦੋਂ ਪੱਖੇ ਝੱਲਦੀਆਂ ਸਨ, ਉਹ ਪੱਖਿਆਂ ਦੇ ਉੱਪਰ ਲੱਗੇ ਹੋਏ ਜਿਹੜੇ ਸ਼ੀਸ਼ੇ ਨੇ ਉਹ ਚਮਕਦੇ ਸਨ। ਭਾਵ ਪੂਰਾ ਮਾਹੌਲ ਸ਼ੋਭਾ ਪਾਉਂਦਾ ਸੀ। ਲੱਖ ਲਹਿਣ ਗਹਿਟੀਆ ਲੱਖ ਲਹਿਣ ਖੜੀਆ। ਇਸ ਪ੍ਰਕਾਰ ਸ਼ਗਨਾਂ ਦੇ ਵਿੱਚ 1 ਲੱਖ ਦਾ ਇਹ ਬੈਠੀਆਂ ਲੈਂਦੀਆਂ ਸਨ ਤੇ 1 ਲੱਖ ਰੁਪਈਆ ਇਹ ਖੜੀਆਂ ਲੈਂਦੀਆਂ ਸਨ। ਦੂਸਰੇ ਅਰਥ ਇੱਦਾਂ ਨੇ, ਜਦੋਂ ਆਂਢਣਾ ਗੁਆਂਢਣਾ ਇਹਨਾਂ ਨੂੰ ਵੇਖਣ ਆਈਆਂ ਸਨ, ਇਹਨਾਂ ਦੇ ਜਿਹੜੇ ਸ਼ੁਭ ਗੁਣ ਨੇ, ਇਹਨਾਂ ਦਾ ਜਿਹੜਾ ਸੁੰਦਰ ਰੰਗ ਰੂਪ ਹੈ, ਇਕੜਾ ਨੇ ਤਾਂ ਬੈਠੀਆਂ ਨਹੀਂ ਜਾਣ ਲਿਆ ਸੀ ਕਿ ਬੜੀਆਂ ਸੁੰਦਰ ਨੇ, ਬੜੀਆਂ ਸਜਿਆਰੀਆਂ ਨੇ, ਤੇ ਇਕੜਾ ਨੇ ਇਹਨਾਂ ਨੂੰ ਖੜੀਆਂ ਨੂੰ ਵੇਖ ਕਰਕੇ ਜਾਣ ਲਿਆ ਸੀ ਕਿ ਬੜੀਆਂ ਸ੍ਰੇਸ਼ਟ ਹਨ, ਸੁੰਦਰ ਹਨ, ਬੜੀਆਂ ਸਜਿਆਰੀਆਂ ਹਨ ਜੀ। ਸ਼ੁਕਾਰੇ ਖਾਂਦੀ ਮਨ ਨੈ ਸੇਜੜੀਆ। ਇਸ ਪ੍ਰਕਾਰ ਇਹ ਗਿਰੀਆਂ ਔਰ ਸ਼ੁਹਾਰੇ ਖਾਂਦੀਆਂ ਸਨ। ਜਦੋਂ ਵਿਆਹ ਕੇ ਆਈਆਂ ਸਨ, ਬੜੇ ਸੁੰਦਰ ਪਕਵਾਨ ਖਾਂਦੀਆਂ ਸਨ, ਮਾਨਨ ਸੇਜੜੀਆਂ, ਔਰ ਆਪਣੇ ਪਤੀ ਦੇ ਨਾਲ ਸੁੱਖਾਂ ਦੀ ਸੇਜ ਮਾਣਦੀਆਂ ਸੀ ਜੀ। ਗੱਲ ਸਿਲਕਾ ਪਾਈਆ ਪੁੱਤਨ ਮੁਕਤਰੀਆ। ਵੇਖ ਅਕਾਲ ਪੁਰਖ ਵਾਹਿਗੁਰੂ ਦੀ ਬਾਬਰ ਕੈਸੀ ਮਰਜ਼ੀ ਹੈ। ਤੇ ਬਾਬਰ ਤੂੰ ਜਾ ਕੇ ਇਹਨਾਂ ਦੇ ਗਲਾਂ ਦੇ ਵਿੱਚ ਰੱਸੀਆਂ ਪਾਈਆਂ, ਰੱਸੇ ਪਾਏ, ਇਹਨਾਂ ਨੂੰ ਗੁਲਾਮ ਬਣਾਇਆ ਹੈ। ਤੂੰ ਇਹਨਾਂ ਨੂੰ ਧੋ ਕੇ ਲਿਆਂਦਾ ਹੈ ਇਹਨਾਂ ਦੇ ਘਰਾਂ ਦੇ ਵਿੱਚੋਂ, ਜਿਨ੍ਹਾਂ ਦੇ ਗਲਾਂ ਦੇ ਵਿੱਚ ਕਦੇ ਸੁੰਦਰ ਹਾਰ ਸੋਭਦੇ ਸਨ, ਮੋਤੀਆਂ ਹੀਰਿਆਂ ਦੇ ਹਾਰ ਸੋਭਾ ਪਾਉਂਦੇ ਸਨ। ਜਦੋਂ ਦੀਆਂ ਬਾਬਰ ਤੇਰੀਆਂ ਫੌਜਾਂ ਨੇ ਇਹਨਾਂ ਦੇ ਗਲਾਂ ਵਿੱਚ ਰੱਸੀਆਂ ਪਾਈਆਂ ਨੇ, ਜਿਹੜੇ ਉਹ ਮੋਤੀਆਂ ਦੇ ਹਾਰ ਟੁੱਟੇ ਔਰ ਧਰਤੀ ਤੇ ਡਿੱਗੇ ਨੇ, ਤੇਰੀਆਂ ਰੱਸੀਆਂ ਇਹਨਾਂ ਦੇ ਗਲਾਂ ਵਿੱਚ ਪਈਆਂ, ਇਹ ਬੰਦੀ ਹੋਈਆਂ ਨੇ। ਧਨ ਜੋਬਨ ਬੈਰੀ ਹੋਏ ਜਿਨ ਰੱਖੇ ਰੰਗ ਲਾਏ। ਜਿਹੜੇ ਸੁੰਦਰ ਰੰਗ ਰੂਪ ਇਹਨਾਂ ਨੇ ਸਾਂਭ ਰੱਖੇ ਸਨ, ਉਹੀ ਧਨ ਔਰ ਜੋਬਨ ਜੋ ਜਵਾਨੀ ਇਹਨਾਂ ਦੀ ਬੈਰੀ ਬਣ ਬੈਠੀਆਂ। ਜਿਹੜਾ ਇਹਨਾਂ ਦੇ ਕੋਲ ਧਨ ਸੀ ਉਹ ਵੀ ਬੈਰੀ ਬਣ ਬੈਠਾ ਹੈ। ਧਨ ਨੂੰ ਲੁੱਟਣ ਵਾਸਤੇ ਤੋਂ ਇਹਨਾਂ ਦੇ ਘਰਾਂ ਵਿੱਚ ਬਾਬਰ ਵੜਿਆ, ਧਨ ਵੀ ਲੁੱਟਿਆ ਔਰ ਇਹਨਾਂ ਦੀ ਸੁੰਦਰ ਜਵਾਨੀ ਵੇਖ ਕਰਕੇ ਇਹਨਾਂ ਨੂੰ ਵੀ ਬੰਦੀ ਬਣਾਇਆ ਹੈ। ਵੇਖ ਬਾਬਰ, ਅਕਾਲ ਪੁਰਖ ਵਾਹਿਗੁਰੂ ਦੀ ਕੈਸੀ ਮਰਜ਼ੀ ਹੈ। ਜਿਹੜਾ ਪਰਮੇਸ਼ਰ ਵੱਲੋਂ ਇਹਨਾਂ ਨੂੰ ਧਨ ਬਖਸ਼ਿਆ ਸੀ, ਜੋ ਪਰਮੇਸ਼ਰ ਵੱਲੋਂ ਸੁੰਦਰ ਰੰਗ ਰੂਪ ਬਖਸ਼ਿਆ ਸੀ, ਉਹੀ ਇਹਨਾਂ ਦਾ ਬੈਰੀ ਬਣ ਬੈਠਾ ਹੈ। ਤੇ ਬਾਬਾ ਤੂੰ ਆਪਣੇ ਫੌਜਦਾਰ ਜੋ ਤੇਰੇ ਦੂਤ ਹਨ, ਉਹਨਾਂ ਨੂੰ ਤੂੰ ਹੁਕਮ ਦਿੱਤਾ ਤੇ ਉਹਨਾਂ ਨੇ ਇਹਨਾਂ ਦੇ ਪੱਤ ਲੁੱਟੀ ਬੇਪੱਤੀ ਕਰਕੇ ਬੰਦੀ ਬਣਾ ਕੇ ਇਹਨਾਂ ਨੂੰ ਚੱਲੇ ਨੇ। ਭਾਵੇਂ ਦੇ ਵਡਿਆਈ ਜੇ ਭਾਵੇਂ ਦੇ ਸਜਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਸਾਰਾ ਕੁਝ ਹੀ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ। ਉਹ ਜਿਸ ਨੂੰ ਚਾਹੇ ਉਸ ਨੂੰ ਵਡਿਆਈਆਂ ਬਖਸ਼ਦਾ ਹੈ ਔਰ ਜਿਸ ਨੂੰ ਚਾਹੇ ਉਸ ਨੂੰ ਸਜ਼ਾ ਦਿੰਦਾ ਹੈ ਜੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੁਸੀਬਤ ਵੇਲੇ ਵੀ ਰੱਬ ਚੇਤੇ ਆਉਂਦਾ ਹੈ। ਜਦੋਂ ਦੁੱਖ ਆ ਟੁੱਟਦੇ ਨੇ ਉਦੋਂ ਵੀ ਰੱਬ ਨੂੰ ਚੇਤੇ ਕਰਦੇ ਹੀ ਹਨ। ਜੇਕਰ ਹਰ ਰੋਜ਼ ਹਰ ਘੜੀ ਪਰਮੇਸ਼ਰ ਨੂੰ ਪਹਿਲਾਂ ਹੀ ਚੇਤੇ ਕੀਤਾ ਜਾਵੇ, ਫਿਰ ਇਹ ਦੁੱਖਾਂ ਦਾ ਸਮਾਂ ਕਦੇ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੇਖ ਬਾਬਾ, ਜਿਹੜੇ ਪਰਮੇਸ਼ਰ ਨੇ ਐਸੇ ਅਮੋਲਕ ਸਵਾਸ ਬਖਸ਼ੇ ਨੇ, ਇਹਨਾਂ ਏਵਨਾਬਾਦ ਨਗਰ ਦਿਆਂ ਲੋਕਾਂ ਨੇ ਉਹਨਾਂ ਸਾਹਾਂ ਨਾਲ ਭਜਨ ਬੰਦਗੀ ਨਹੀਂ ਕੀਤੀ, ਸਤ ਸੰਗਤ ਨਹੀਂ ਕੀਤੀ।
ਇਹਨਾਂ ਨੇ ਆਪਣੇ ਸਾਰੇ ਸਵਾਸ ਹਨ ਜੋ ਰੰਗਾਂ ਤਮਾਸ਼ਿਆਂ ਵਿਕਾਰਾਂ ਵਿੱਚ ਹੀ ਇਸ ਪ੍ਰਕਾਰ ਵਿਅਰਥ ਗਵਾਏ ਨੇ। ਬਾਬਰ ਪਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਰ ਤੇਰੀ ਫੌਜ ਨੇ ਐਸਾ ਹਮਲਾ ਕੀਤਾ ਹੈ, ਆਮ ਬੰਦੇ ਦੀ ਤਾਂ ਗੱਲ ਛੱਡੋ, ਜਿਹੜੇ ਇਹਨਾਂ ਪਠਾਣਾਂ ਦੇ ਸਾਹਿਬਜ਼ਾਦੇ ਸਨ, ਜਿਹੜੇ ਇਹਨਾਂ ਪਠਾਰਾਂ ਦੇ ਪੁੱਤਰ ਧੀ ਸਨ, ਉਹਨਾਂ ਨੂੰ ਵੀ ਰੋਟੀ ਤੱਕ ਨਸੀਬ ਨਹੀਂ ਹੋਈ। ਇਕ ਨਾ ਬਾਬਤ ਗਵਾਈ ਹੈ, ਇਕ ਨਾ ਪੂਜਾ ਜਾਏ। ਇਕਨਾਂ ਦੇ ਜੋ ਇਹ ਨਿਵਾਜ ਪੜ੍ਹਦੇ ਸਨ, ਉਹ ਨਿਵਾਜਾਂ ਦੇ ਵਕਤ ਵੀ ਖੁੰਝ ਗਏ ਨੇ, ਇਹਨਾਂ ਨੂੰ ਨਿਵਾਜ ਪੜ੍ਹਨੀ ਵੀ ਪ੍ਰਾਪਤ ਨਹੀਂ ਹੋਈ। ਔਰ ਇਕਨਾਂ ਜਿਹੜੇ ਹਿੰਦੂ ਲੋਕ ਪੂਜਾ ਕਰਦੇ ਸਨ, ਉਹਨਾਂ ਨੂੰ ਪੂਜਾ ਕਰਨ ਦਾ ਸਮਾਂ ਵੀ ਤੂੰ ਨਹੀਂ ਦਿੱਤਾ। ਚੌਂਕੇ ਬਿਨਾ ਦਬਾਣੀਆਂ ਚੋਂ ਟਿੱਕੇ ਕਣਕੇ ਨਾਏ। ਇਸ ਪ੍ਰਕਾਰ ਜਿਹੜੀਆਂ ਹਿੰਦੂ ਘਰਾਣੇ ਦੀਆਂ ਔਰਤਾਂ ਸਨ, ਨਹਾ ਧੋ ਕੇ ਸਰੀਰ ਉੱਪਰ ਆਪਣੇ ਟਿੱਕੇ ਲਾਉਂਦੀਆਂ ਸਨ ਕੇਸਰ ਦੇ, ਔਰ ਇਸ ਪ੍ਰਕਾਰ ਫਿਰ ਚੌਂਕੇ ਵਿੱਚ ਜਾ ਕਰਕੇ ਪ੍ਰਸ਼ਾਦਾ ਤਿਆਰ ਕਰਦੀਆਂ ਬੜੀ ਰੀਝ ਨਾਲ ਛਕਦੀਆਂ ਸਨ। ਹੁਣ ਉਹ ਚੌਂਕਾ, ਉਹ ਟਿੱਕੇ, ਉਹ ਪੂਜਾ ਇਹਨਾਂ ਤੋਂ ਦੂਰ ਹੋਏ ਨੇ। ਰਾਮ ਨਾ ਕੰਪੂ ਚੇਤਿਓ ਹੁਣ ਕਹਿਣਾ ਨਾ ਮਿਲੇ ਖੁਦਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਹਿਲਾਂ ਕਦੇ ਵੀ ਇਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਚੇਤਿਆ, ਉਸ ਨੂੰ ਯਾਦ ਨਹੀਂ ਕੀਤਾ, ਤੇ ਹੁਣ ਜਦੋਂ ਦੁੱਖ ਦਾ ਪਹਾੜ ਟੁੱਟਿਆ ਹੈ, ਹੁਣ ਖੁਦਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿੰਦੇ ਨੇ, ਤੇ ਹੁਣ ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਵੇਗੀ। ਕਿਉਂਕਿ ਜਿਨ੍ਹਾਂ ਨੇ ਸਾਰੀ ਉਮਰ ਨਾਮ ਨਹੀਂ ਜਪਿਆ ਔਰ ਅਖੀਰਲੇ ਸਮੇਂ ਕਹਿ ਦੇਣਗੇ ਅਸੀਂ ਨਾਮ ਜਪ ਲਈਏ, ਅਸੀਂ ਬੰਦਗੀ ਕਰ ਲਈਏ, ਤੇ ਮਹਾਰਾਜ ਕਹਿੰਦੇ ਐਸਾ ਪਰਮੇਸ਼ਰ ਦਾ ਅਸੂਲ ਹੈ। ਜਦੋਂ ਨਾਮ ਜਪਣ ਦਾ ਸਮਾਂ ਸੀ, ਚੌਂਕੜੇ ਮਾਰਨ ਦਾ ਸਮਾਂ ਸੀ, ਨਿਤਨੇਮ ਕਰਨ ਦਾ ਸਮਾਂ ਸੀ, ਉਦੋਂ ਦਾ ਪਰਮੇਸ਼ਰ ਦਾ ਨਾਮ ਜਪਿਆ ਨਹੀਂ। ਤੇ ਜੇਕਰ ਹੁਣ ਅਖੀਰਲੇ ਸਵਾਸਾਂ ਤੇ ਆ ਕੇ ਕੋਈ ਕਹਿ ਦੇਵੇ ਕਿ ਰੱਬ ਦਾ ਨਾਮ ਚੇਤ ਲਵਾਂ, ਸ਼ਾਇਦ ਮਿਲ ਜਾਵੇਗਾ, ਸੌਖੀ ਮੌਤ ਆ ਜਾਵੇਗੀ, ਮਹਾਰਾਜ ਕਹਿੰਦੇ ਏਦਾਂ ਨਹੀਂ ਹੁੰਦਾ। ਜਿਨ੍ਹਾਂ ਨੇ ਸਾਰੀ ਉਮਰ ਨਾਮ ਨਹੀਂ ਜਪਿਆ, ਉਹਨਾਂ ਨੂੰ ਅਖੀਰਲੇ ਸਮੇਂ ਵੀ ਪ੍ਰਾਪਤੀ ਨਹੀਂ ਹੁੰਦੀ। ਇੱਕ ਕਰ ਆਵਤ ਆਪਣੇ, ਇੱਕ ਮਿਲ ਮਿਲ ਪੁੱਛੇ ਸੁਖ। ਤੇ ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਸਿਰਫ ਉਹ ਲੋਕ ਹੀ ਤੇਰੀ ਮਾਰ ਤੋਂ ਬਚੇ ਜਿਹੜੇ ਕੰਮਾਂ ਧੰਦਿਆਂ ਦੀ ਬਾਬਤ ਏਮਨਾਬਾਦ ਨਗਰ ਤੋਂ ਬਾਹਰ ਵਪਾਰ ਕਰਨ ਵਾਸਤੇ ਗਏ ਸਨ। ਜਿਹੜੇ ਹੋਰਾਂ ਇਲਾਕਿਆਂ ਵਿੱਚ ਗਏ ਸਨ ਉਹੀ ਬਚੇ ਨੇ, ਤੇ ਉਹਨਾਂ ਨੇ ਜਦੋਂ ਆ ਕਰਕੇ ਆਪਣੇ ਉਜੜੇ ਘਰ ਵੇਖੇ ਨੇ, ਤੇ ਇੱਕ ਦੂਸਰੇ ਨੂੰ ਮਿਲ ਕੇ ਸੁੱਖ ਪੁੱਛਦੇ ਨੇ, ਪਤਾ ਕਰਦੇ ਨੇ ਕਿ ਤੇਰਾ ਪਰਿਵਾਰ ਕਿੱਥੇ ਹੈ, ਤੇਰਾ ਘਰ ਕਿੱਥੇ ਹੈ, ਏਦਾਂ ਇੱਕ ਦੂਸਰੇ ਦੀਆਂ ਖਬਰਾਂ ਲੈਂਦੇ ਨੇ। ਇਤਨਾ ਇਹੋ ਲਿਖਿਆ ਮੈਂ ਰੂਪ ਦੁੱਖ। ਤੇ ਕੁਝ ਜਿਹੜੇ ਸਿਆਣੇ ਪੁਰਸ਼ ਉਹ ਏਦਾਂ ਬੈਠ ਕੇ ਰੋਂਦੇ, ਦੁੱਖ ਫਰੋਲਦੇ ਨੇ, ਤੇ ਮੁਖ ਤੋਂ ਕਹਿੰਦੇ ਨੇ ਕਿ ਇਹਨਾਂ ਦੀ ਕਿਸਮਤ ਦੇ ਵਿੱਚ ਐਸੀਆਂ ਮੌਤਾਂ ਲਿਖੀਆਂ ਸਨ, ਇਹਨਾਂ ਦੀ ਕਿਸਮਤ ਦੇ ਵਿੱਚ ਐਸੀ ਮਾਰ ਲਿਖੀ ਸੀ। ਭਾਵੇਂ ਸੋਚੀਏ ਨਾਨਕ ਕਿਆ ਮਾਨੁਖ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੋ ਤੈਨੂੰ ਭਾਉਂਦਾ ਹੈ ਨਾ ਉਹੀ ਹੁੰਦਾ ਹੈ, ਤੇ ਇੱਕ ਮਨੁੱਖ ਦੀ ਕੀ ਔਕਾਤ ਹੈ ਜੋ ਤੇਰੀ ਐਸੀ ਮਹਿਮਾ ਨੂੰ ਜਾਣ ਲਵੇ। ਇੱਕ ਮਨੁੱਖ ਦੀ ਕੀ ਔਕਾਤ ਹੈ ਜੋ ਆਉਣ ਵਾਲੇ ਸਮੇਂ ਬਾਰੇ ਜਾਣ ਲਵੇ ਜਾਂ ਟਾਲ ਦੇਵੇ। ਇਹ ਸਾਰਾ ਤੇਰਾ ਵਰਤਾਰਾ ਹੀ ਵਰਤਾਇਆ ਵਰਤਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਐਸੇ ਬਚਨ ਕੀਤੇ, ਬਾਬਰ ਨੇ ਹੱਥ ਜੋੜੇ ਸਤਿਗੁਰਾਂ ਦੇ ਅੱਗੇ ਖੜਾ ਹੈ ਜੀ। ਹੱਥ ਜੋੜ ਕੇ ਬਾਬਰ ਨੇ ਬੇਨਤੀ ਕੀਤੀ ਹੈ, ਇਹ ਗੁਰੂ ਨਾਨਕ ਪਾਤਸ਼ਾਹ ਜੋ ਤੁਸੀਂ ਸ਼ਬਦ ਉਚਾਰਨ ਕੀਤਾ ਹੈ, ਇਹ ਸਾਰਾ ਮੈਨੂੰ ਅਰਥਾਂ ਦੇ ਸਮੇਤ ਖੁੱਲ੍ਹ ਕੇ ਦੱਸਣਾ ਕਰੋ ਜੀ। ਇਹ ਅਕਾਲ ਪੁਰਖ ਵਾਹਿਗੁਰੂ ਮੈਨੂੰ ਸੌਖੇ ਤਰੀਕੇ ਨਾਲ ਸਮਝਾਉਣਾ ਕਰੋ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹੈ ਬਾਬਰ ਜਿਹੜੇ ਇਹ ਪਠਾਨ ਲੋਕ ਸਨ, ਜਿਨ੍ਹਾਂ ਦਾ ਤੂੰ
ਤੇ ਉਹਨਾਂ ਦੀਆਂ ਜਿਹੜੀਆਂ ਔਰਤਾਂ ਤੋਂ ਬੰਦੀ ਬਣਾਈਆਂ ਨੇ ਦਲਮਨ ਆਦ ਕੈਦ ਕਰ ਲੀਨੀ ਤੇ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕਰਕੇ ਤੂੰ ਕੈਦ ਬਣਾਇਆ, ਕੈਦ ਕੀਤਾ ਹੈ। ਕਾਸਤ ਸਮਾਂ ਅਬ ਦਿਨ ਪਰ ਆਇਓ ਹੁਣ ਔਖਾ ਸਮਾਂ, ਦੁੱਖ ਦਾ ਸਮਾਂ ਇਹਨਾਂ ਲੋਕਾਂ ਤੇ ਆਇਆ ਹੈ। ਦੇਖ ਸਾ ਸ਼ਬਦ ਲਾਇਓ ਇਹਨਾਂ ਦੀ ਐਸੀ ਦੁਖਦਾਈ ਦਿਸ਼ਾ ਵੇਖ ਕਰਕੇ, ਹਾਲਤ ਵੇਖ ਕਰਕੇ ਮੈਂ ਇਹ ਸਾਰਾ ਸ਼ਬਦ ਉਚਾਰਨ ਕੀਤਾ ਸੀ। ਜਿਨ੍ਹਾਂ ਔਰਤਾਂ ਦੇ ਸਿਰਾਂ ਦੇ ਉੱਪਰ ਕਦੇ ਸੁੰਦਰ ਕੇਸਾਂ ਦੀਆਂ ਪੱਟੀਆਂ, ਵਾਲਾਂ ਦੀਆਂ ਪੱਟੀਆਂ ਸੋਧਦੀਆਂ ਸਨ। ਤੇ ਜਿਹੜਾ ਮਨਾਂ ਨੂੰ ਮੋਹਣ ਵਾਲਾ ਇਸ ਪ੍ਰਕਾਰ ਸੰਧੂਰ ਇਹਨਾਂ ਦੀਆਂ ਮੰਗਾਂ ਦੇ ਵਿੱਚ, ਇਹਨਾਂ ਦੇ ਚੀਰਾਂ ਦੇ ਵਿੱਚ ਪਾਇਆ ਸੀ। ਤੇ ਜਿਨ੍ਹਾਂ ਸਿਰਾਂ ਦੇ ਉੱਪਰ ਇਸ ਪ੍ਰਕਾਰ ਇਹ ਸੁੰਦਰ ਗਹਿਣੇ ਧਾਰਨ ਕਰਦੀਆਂ ਸਨ। ਤੇ ਬਾਬਲ ਨੂੰ ਉਹ ਸਾਰੇ ਕੇਸ, ਸਾਰੇ ਗਹਿਣੇ ਆਪਣੇ ਜ਼ਬਰ ਜ਼ੋਰ ਦੇ ਨਾਲ ਪੁੱਤਰ ਦਿੱਤੇ ਨੇ। ਤੇ ਜਿਨ੍ਹਾਂ ਦੇ ਮੁਖ ਦੇ ਉੱਪਰ ਹੁਣ ਬੇਪਤੀ ਦੀ ਇਸ ਪ੍ਰਕਾਰ ਭਾਸ਼ਾ ਸਵਾ ਪਈ ਹੈ। ਤੇ ਤੂੰ ਇਸ ਪ੍ਰਕਾਰ ਇਹਨਾਂ ਦੇ ਕੇਸ ਕੱਟੇ ਨੇ, ਇਹਨਾਂ ਦੇ ਵਾਲ ਬੰਨੇ ਨੇ, ਔਰ ਭੈੜੀਆਂ ਮਾਰਾਂ ਇਹਨਾਂ ਦੇ ਮੂੰਹਾਂ ਤੇ ਮਾਰ ਕੇ ਇਹਨਾਂ ਨੂੰ ਹੋਰ ਮਾਇਆ ਬਾਰੇ ਪੁੱਛਦਾ ਹੈ ਕਿ ਮਾਇਆ ਕਿੱਥੇ ਲੁਕਾਈ ਹੈ। ਜਿਨ੍ਹਾਂ ਮੁਖਾਂ ਦੇ ਨਾਲ ਇਹਨਾਂ ਨੇ ਕਈ ਪ੍ਰਕਾਰ, 36 ਪ੍ਰਕਾਰ ਦੇ ਭੋਜਨ ਛਕੇ ਸਨ। ਤੇ ਕਦੇ ਵੀ ਇਹਨਾਂ ਮੁਖਾਂ ਤੋਂ ਇਹਨਾਂ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਸੋ ਕਿਉਂ ਵਿਸਰਾ ਜਿਨ ਸਭ ਕੁਛ ਦੀ ਹੈ। ਜਿਸ ਵਾਹਿਗੁਰੂ ਨੇ ਇਹਨਾਂ ਪਠਾਣਾਂ ਨੂੰ, ਇਹਨਾਂ ਹਿੰਦੂਆਂ ਨੂੰ ਇਸ ਪ੍ਰਕਾਰ ਬੜੇ ਪਦਾਰਥ ਧਨ ਬਖਸ਼ੇ ਸਨ, ਤਖਤ ਰਾਜ ਬਖਸ਼ੇ ਸਨ, ਉਹਨਾਂ ਮੁਖਾਂ ਤੋਂ ਇਹਨਾਂ ਨੇ ਭੋਜਨ ਤਾਂ ਹਰ ਰੋਜ਼ ਕਈ ਪ੍ਰਕਾਰ ਦਾ ਛਕਿਆ ਸੀ, ਪਰ ਉਹਨਾਂ ਮੁਖਾਂ ਤੋਂ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਤੇ ਹੁਣ ਉਹਨਾਂ ਮੁਖਾਂ ਦੇ ਵਿੱਚ ਤੂੰ ਵਿਸਟਾ ਪਾਈ ਹੈ। ਤੇ ਤੂੰ ਮਾਰ ਮਾਰ ਕੇ ਇਹਨਾਂ ਨੂੰ ਪੁੱਛਦਾ ਹੈ ਕਿੱਥੇ ਧਨ ਲੁਕਾਇਆ ਦੱਬਿਆ ਹੈ, ਮੈਨੂੰ ਦੇਣਾ ਕਰੋ। ਦਿਨ ਰਾਤ ਇਹਨਾਂ ਨੇ ਸੁੰਦਰ ਮਹਿਲਾਂ ਦੇ ਅੰਦਰ ਆਪਣਾ ਜੀਵਨ ਜ਼ਿੰਦਗੀ ਬਤੀਤ ਕੀਤੀ ਹੈ। ਇਸ ਪ੍ਰਕਾਰ ਹਮੇਸ਼ਾ ਬੜੇ ਸੁੱਖਾਂ ਦੇ ਨਾਲ ਉਹਨਾਂ ਮਹਿਲਾਂ ਦੇ ਅੰਦਰ ਇਹ ਰਹਿੰਦੀਆਂ ਸਨ। ਤੇ ਹੁਣ ਉਹਨਾਂ ਮਹਿਲਾਂ ਦੇ ਕੋਲ ਜਾਣਾ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਹੁਣ ਉਹਨਾਂ ਮਹਿਲਾਂ ਦੇ ਬਾਹਰ ਬੈਠਣਾ ਵੀ ਇਹਨਾਂ ਨੂੰ ਨਸੀਬ ਨਹੀਂ ਹੋਵੇਗਾ। ਐਸਾ ਇਹਨਾਂ ਨੂੰ ਦੁੱਖ ਪ੍ਰਾਪਤ ਹੋਇਆ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਇਹ ਸਭ ਕੁਝ ਕਰਨਹਾਰ ਹੈ। ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਵੰਦਨਾ ਹੈ ਜੀ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਇਸ ਸੰਸਾਰ ਦਾ ਮੁੱਢ ਹੈ। ਤੇ ਉਸ ਦਾ ਅੰਤ, ਉਸ ਦਾ ਪਾਰਾਵਾਰ ਪਾਇਆ ਨਹੀਂ ਜਾ ਸਕਦਾ। ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਆਪਣੇ ਚੋਜ ਕਰ ਕਰ ਵੇਖਦਾ ਹੈ। ਇਸ ਪ੍ਰਕਾਰ ਸਕਲ ਕਾਲਕਾ ਕੀਓ ਤਮਾਸ਼ਾ। ਇਹ ਸਾਰਾ ਜੋ ਸੰਸਾਰ ਹੈ ਇਹ ਇੱਕ ਬਾਜੀਗਰ ਵਰਗਾ ਹੈ ਤੇ ਪਰਮੇਸ਼ਰ ਇਸ ਦਾ ਸਾਰਾ ਖੇਡਾ ਵੇਖ ਰਿਹਾ ਹੈ। ਪਰਮੇਸ਼ਰ ਚਾਹੇ ਤੇ ਫਰਸ਼ਾਂ ਤੋਂ ਅਰਸ਼ ਤਖਤਾਂ ਤੇ ਬਿਠਾ ਦਿੰਦਾ ਹੈ। ਪਰਮੇਸ਼ਰ ਚਾਹੇ ਇਸ ਪ੍ਰਕਾਰ ਤਖਤਾਂ ਤੋਂ ਅਰਸ਼ਾਂ ਤੋਂ ਫਰਸ਼ ਤੇ ਲੈ ਆਉਂਦਾ ਹੈ। ਮਹਾਰਾਜ ਕਹਿੰਦੇ ਬਾਬਰ ਇਹ ਪਰਮੇਸ਼ਰ ਹੈ ਜੋ ਆਪਣੇ ਕੌਤਕ ਕਰਾਮਾਤਾਂ ਕਰ ਕਰ ਵੇਖਦਾ ਹੈ। ਐਸੇ ਵਾਹਿਗੁਰੂ ਨੂੰ ਨਮਸਕਾਰ ਹੈ ਜੀ। ਜਿਹੜਾ ਕੁਝ ਵੀ ਵਾਹਿਗੁਰੂ ਚਾਹੁੰਦਾ ਹੈ ਉਹ ਬਿਨਾਂ ਦੇਰੀ ਤੋਂ ਕਰਦਾ ਹੈ।
ਜਦੋਂ ਇਹਨਾਂ ਦੇ ਘਰਾਂ ਦੇ ਵਿੱਚ ਬੜੇ ਖੁਸ਼ੀ ਦੇ ਮਾਹੌਲ, ਵਿਆਹ ਵਰਗੇ ਮਾਹੌਲ ਹੁੰਦੇ ਸਨ, ਸੋਹਣ ਭਗਤਾ ਬੈਠੇ ਬਾਪ ਤੇ ਇਹਨਾਂ ਦੇ ਜਿਹੜੇ ਸੁੰਦਰ ਭਰਾ ਇਹਨਾਂ ਦੇ ਕੋਲ ਬੈਠੇ ਸੋਭਾ ਪਾਉਂਦੇ ਸੀ। ਡੋਲਨ ਪਰ ਚਾੜ ਕਰ ਆਈ ਤੇ ਇਹ ਜਿਹੜੀਆਂ ਇਹਨਾਂ ਪਠਾਨਾਂ ਹਿੰਦੂਆਂ ਦੀਆਂ ਬਹੁਤੀਆਂ ਘਰਾਂ ਵਾਲੀਆਂ ਨੇ, ਇਹ ਕਿਸੇ ਸਮੇਂ ਪਾਲਕੀਆਂ ਵਿੱਚ, ਡੋਲੀਆਂ ਵਿੱਚ ਚੜ ਕੇ ਆਈਆਂ ਸਨ। ਬਦਨ ਹੈ ਪਾਏ ਮਿਠਾਈ ਤੇ ਖੁਸ਼ੀ ਖੁਸ਼ੀ ਮਠਿਆਈ ਦੇ ਨਾਲ ਇਹਨਾਂ ਦੇ ਮੁਖ ਮਿੱਠੇ ਕੀਤੇ ਸੀ ਜੀ। ਵਾਰੇ ਵਾਰ ਪਰਵਾਰੀ ਤੇ ਇਹਨਾਂ ਦੀਆਂ ਸੱਸਾਂ ਨੇ ਵਾਰ-ਵਾਰ ਇਹਨਾਂ ਤੋਂ ਪਾਣੀ ਵਾਰਿਆ ਸੀ। ਤੇ ਜਲ ਨੂੰ ਛਕਦੀਆਂ ਬੜੀਆਂ ਪ੍ਰਸੰਨ ਖੁਸ਼ ਹੁੰਦੀਆਂ ਸਨ। ਤੇ ਜਿਹੜੀਆਂ ਇਹਨਾਂ ਦੀਆਂ ਦਾਸੀਆਂ ਨੌਕਰ ਰਾਣੀਆਂ ਸਨ, ਇਹਨਾਂ ਨੂੰ ਇਸ ਪ੍ਰਕਾਰ ਪੱਖੇ ਝੱਲਦੀਆਂ ਸਨ ਜੀ। ਤੇ ਜਿਨ੍ਹਾਂ ਪੱਖਿਆਂ ਦੇ ਵਿੱਚ ਬੜੇ ਸੁੰਦਰ ਸ਼ੀਸ਼ਿਆਂ ਦੇ ਜਿਹੜੇ ਟੁਕੜੇ ਇਸ ਪ੍ਰਕਾਰ ਜੜੇ ਸਨ। ਤੇ ਜਦੋਂ ਉਹ ਸ਼ੀਸ਼ੇ ਚਮਕਦੇ ਸਨ, ਉਹ ਪੱਖੇ ਪੱਖੀਆਂ ਬੜੀ ਸੋਭਾ ਪਾਉਂਦੀਆਂ ਸਨ ਜੀ। ਇਸ ਪ੍ਰਕਾਰ ਬੜੇ ਆਂਢਣਾ ਗੁਆਂਢਣ ਦਾ ਇਕੱਠ ਇਹਨਾਂ ਨੂੰ ਵੇਖਦਾ ਸੀ ਜਦੋਂ ਇਹ ਵਿਆਹ ਕੇ ਆਈਆਂ ਸਨ। ਇਸ ਪ੍ਰਕਾਰ ਬੜੀਆਂ ਸੁੰਦਰ ਖੁਰਾਕਾਂ ਗਿਰੀਆਂ ਆਦਿ ਖਾਂਦੀਆਂ ਸੀ। ਆਪਣੇ ਭਰਾਵਾਂ ਦੇ ਕੋਲੋਂ ਬੜੀ ਸਮੱਗਰੀ ਲੈ ਕੇ ਆਈਆਂ ਸਨ। ਇਸ ਪ੍ਰਕਾਰ ਬੜੀਆਂ ਸੁੰਦਰ ਸੇਜਾਂ ਦੇ ਸੁਖ ਮਾਣਦੀਆਂ ਸੀ ਜੀ। ਬੜੇ ਤਰੀਕਿਆਂ ਨਾਲ ਵਿਕਾਰ ਹੋ ਗਏ ਸਨ। ਪਰ ਹੁਣ ਉਹਨਾਂ ਹੀ ਗਲਾਂ ਦੇ ਵਿੱਚ ਤੂੰ ਕਾਬਰ ਪੱਥਰ ਪਾਏ ਨੇ। ਜਿਨ੍ਹਾਂ ਗਲਾਂ ਦੇ ਵਿੱਚ ਤੂੰ ਪੱਥਰ ਪਾਏ ਨੇ, ਰੱਸੇ ਪਾਏ ਨੇ, ਉਹਨਾਂ ਗਲਾਂ ਦੇ ਵਿੱਚ ਕਦੇ ਮੋਤੀਆਂ ਦੇ ਹਾਰ ਸੋਖਦੇ ਸਨ, ਹੁਣ ਮੋਤੀਆਂ ਦੇ ਹਾਰ ਟੁੱਟੇ ਨੇ। ਜਿਹੜਾ ਜੋਬਨ ਜਵਾਨੀ ਹੈ ਔਰ ਜਿਹੜਾ ਧਨ ਹੈ, ਇਹ ਬੜੇ ਸੁੱਖਾਂ ਨੂੰ ਦੇਣ ਵਾਲਾ ਹੈ। ਪਰ ਇਹਨਾਂ ਨੇ ਭਾਰੀ ਜੋਬਨ ਦੇ ਕਾਰਨ, ਜਵਾਨੀ ਦੇ ਕਾਰਨ ਔਰ ਧਨ ਪਦਾਰਥਾਂ ਕਾਰਨ ਦੁੱਖ ਭੋਗਿਆ ਹੈ। ਇਸ ਪ੍ਰਕਾਰ ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਇਹ ਇਸ ਪ੍ਰਕਾਰ ਸੁਖ ਪਾਉਂਦੀਆਂ ਸਨ ਜੀ। ਤੇ ਜਿਨ੍ਹਾਂ ਨੇ ਬੜੇ ਸੁਖ ਭੋਗੇ ਸਨ, ਹੁਣ ਉਹਨੇ ਹੀ ਦੁੱਖ ਪਾਉਂਦੀਆਂ ਨੇ। ਤੇ ਤੂੰ ਇਹਨਾਂ ਨੂੰ ਕੁੱਟਦਾ ਏ, ਨਾਲੇ ਪੁੱਛਦਾ ਹੈ ਕਿ ਹੋਰ ਮਾਇਆ ਕਿੱਥੇ ਦੱਬੀ ਹੈ, ਦੇਣਾ ਕਰੋ। ਇਸ ਪ੍ਰਕਾਰ ਤੇਰੇ ਫੌਜਦਾਰਾਂ ਨੇ ਇਹਨਾਂ ਨੂੰ ਕੁੱਟਿਆ ਹੈ, ਲੁੱਟਿਆ ਹੈ। ਇਹਨਾਂ ਦੀ ਇੱਜ਼ਤ ਹੈ ਜੋ ਬੇਪਤੀ ਕੀਤੀ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ ਜੀ, ਉਹ ਜਿਸ ਨੂੰ ਚਾਹੇ ਵਡਿਆਈ ਦਿੰਦਾ ਹੈ, ਜਿਸ ਨੂੰ ਚਾਹੇ ਸਜ਼ਾ ਦਿੰਦਾ ਹੈ। ਇਸ ਪ੍ਰਕਾਰ ਇਹਨਾਂ ਮਰਦਾਂ ਦੇ ਤੇੜਾਂ ਦੇ ਵਿੱਚ ਬੜੇ ਸੁੰਦਰ ਜਿਹੜੇ ਵਸਤਰ ਉਹ ਬੰਨੇ ਹੁੰਦੇ ਸਨ, ਤੇ ਇਹਨਾਂ ਔਰਤਾਂ ਦੇ ਸਿਰ ਬੜੇ ਕੋਮਲ ਵਸਤਰਾਂ ਦੇ ਨਾਲ ਕੱਜੇ ਹੁੰਦੇ ਸਨ ਜੀ। ਜਿਹੜੇ ਉਹ ਵਸਤਰ ਸਨ, ਉਹ ਪਾਨ ਦੇ ਪੱਤਿਆਂ ਵਾਂਗ ਬੜੇ ਕੋਮਲ ਸੀ। ਮਹਾਰਾਜ ਕਹਿੰਦੇ ਮਨੁੱਖਾਂ ਦੀ ਕੀ ਗਿਣਤੀ ਕਰੀਏ। ਇਸ ਪ੍ਰਕਾਰ ਐਸਾ ਦੁੱਖ ਮਸਾਨ ਦਾ ਯੁੱਧ ਲੜਿਆ ਹੈ ਬਾਬਰ, ਸੂਰਜ ਚੰਦਰਮਾ ਨਜ਼ਰ ਨਹੀਂ ਆਇਆ। ਜਿਨ੍ਹਾਂ ਨੇ ਇਸ ਪ੍ਰਕਾਰ ਥੋੜੀ ਦੂਰੀ ਤੱਕ ਵੀ ਕਦੇ ਆਪਣੇ ਪੈਰਾਂ ਦੇ ਨਾਲ ਨਹੀਂ ਚੱਲੇ ਸਨ, ਜਿਨ੍ਹਾਂ ਨੂੰ ਥੋੜਾ ਜਿਹਾ ਚੱਲਣ ਦੇ ਨਾਲ ਥਕੇਵਾਂ ਹੁੰਦਾ ਸੀ,
ਕਾਮ ਲਈ ਮੁਗਲਨ ਅਫਸੋਸ ਤੇ ਤੇਰਿਆਂ ਮੁਗਲਾਂ ਨੇ ਉਹਨਾਂ ਸਾਰਿਆਂ ਨੂੰ ਬੰਨ ਕਰਕੇ ਸਾਰੇ ਰਸਤੇ ਤੋਰਿਆ ਹੈ। ਕਾਕੇ ਮਾਰੇ ਕੀ ਚਲਰਾਈ ਇਸ ਪ੍ਰਕਾਰ ਜਿਹੜੇ ਇਹਨਾਂ ਦੇ ਭਰਾ ਸਨ ਫਤਿਹ ਸਨ ਉਹ ਜੱਗ ਦੇ ਮੈਦਾਨ ਵਿੱਚ ਤੂੰ ਮਾਰ ਮਕਾਏ ਨੇ। ਸਾਵਨ ਦੇ ਕੇ ਬਾਂਧ ਚਲਾਈ ਬੜੀਆਂ ਸਜ਼ਾਵਾਂ ਦਿੱਤੀਆਂ ਬੰਨ ਕੇ ਇਹਨਾਂ ਨੂੰ ਲਿਆਉਣਾ ਕੀਤਾ ਹੈ। ਲੋਚਨ ਬਹੁਤ ਵਿਮੋਚਿਤ ਕਾਰੀ ਜਿਹੜੀਆਂ ਸੁੰਦਰ ਅੱਖਾਂ ਹੁਣ ਰੋ ਰੋ ਬੇਹਾਲ ਹੋਈਆਂ ਨੇ। ਅਸਰ ਗਿਰੇ ਤੁਕ ਕੱਜਲ ਕਾਰੀ ਤੇ ਅੱਖਾਂ ਵਿੱਚ ਜਿਹੜਾ ਸੁਰਮਾ ਕਦੇ ਸੋਭਾ ਪਾਉਂਦਾ ਸੀ ਹੁਣ ਇਸ ਪ੍ਰਕਾਰ ਅੱਖਾਂ ਵਿੱਚੋਂ ਵਗਦੇ ਪਾਣੀ ਦੇ ਨਾਲ ਉਹ ਸੁਰਮਾ ਵੀ ਕਾਲੇ ਬਹਿਣ ਬੈਠਾ ਹੈ। ਦੁਖਤ ਹੈ ਰੋਗਤ ਦੁਖ ਪਾਈ ਹੁਣ ਉੱਚੀ ਉੱਚੀ ਬਚਾਓ ਬਚਾਓ ਕਰਕੇ ਕੂਕਦੀਆਂ ਨੇ ਔਰ ਰੋਂਦੀਆਂ ਨੇ। ਮੈਨੇ ਕੋ ਸਖਤ ਨਤ ਨਹੀਂ ਛੁਡਾਈ ਐਸੀ ਕੋਈ ਵੀ ਸ਼ਕਤੀ ਨਹੀਂ ਵਾਹਿਗੁਰੂ ਤੋਂ ਬਿਨਾਂ ਜੋ ਇਹਨਾਂ ਨੂੰ ਛੁਡਾ ਲਵੇ। ਆਗੇ ਤੇ ਜੇਤਿਓ ਨਹੀਂ ਨਾਮ ਜਿਨ੍ਹਾਂ ਨੇ ਕਦੇ ਜੀਵਨ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਅਬ ਸਮਾ ਭਇਓ ਦੁਖ ਧਮ ਇਸ ਲਈ ਇਹਨਾਂ ਦੇ ਉੱਪਰ ਦੁੱਖਾਂ ਦਾ ਸਮਾਂ ਆ ਟੁੱਟਿਆ ਹੈ। ਤੇ ਸਿਮਰਨ ਤੇ ਅੰਗਰਜ ਕਰਤਾਰਾ ਤੇ ਜੇਕਰ ਬੰਦਾ ਪਰਮੇਸ਼ਰ ਦਾ ਨਾਮ ਹਰ ਰੋਜ਼ ਪਹਿਲਾਂ ਹੀ ਸਿਮਰਦਾ ਰਹੇ ਕਿਆ ਮੋਗਨ ਤੇ ਇਸਮਤ ਦੁਖ ਭਾਰਾ ਤੇ ਫਿਰ ਐਸੇ ਦੁੱਖ ਉਹਨਾਂ ਨੂੰ ਕਦੇ ਵੀ ਪ੍ਰਾਪਤ ਨਹੀਂ ਹੁੰਦੇ। ਅਮੀਰ ਉਮਰੇ ਜੇ ਵਜ਼ੀਰਮ ਇਸ ਪ੍ਰਕਾਰ ਜਿਹੜੇ ਅਮੀਰ ਔਰ ਵਜ਼ੀਰ ਸਨ ਜੀ ਮਿਸਰ ਗਏ ਕਬ ਗੁਨੀ ਕਹੀਰਮ ਇਸ ਪ੍ਰਕਾਰ ਜਿਹੜੇ ਬੜੇ ਗੁਣੀ ਗਿਆਨੀ ਸਨ ਉਹ ਵੀ ਤੂੰ ਇਸ ਪ੍ਰਕਾਰ ਮਤੜ ਦਿੱਤੇ ਨੇ। ਉਹ ਵੀ ਤੂੰ ਬੰਦੀ ਬਣਾਏ ਨੇ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਕਦੇ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਆਇਆ, ਜਿਨ੍ਹਾਂ ਨੇ ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਸੰਗਤ ਨਹੀਂ ਕੀਤੀ, ਜਿਨ੍ਹਾਂ ਦਾ ਮਨ ਹਮੇਸ਼ਾ ਰੰਗਾਂ ਤਮਾਸ਼ਿਆਂ ਵਿੱਚ ਗੁਲਤਾਨ ਰਿਹਾ ਸੀ। ਤੇ ਜਿਨ੍ਹਾਂ ਨੇ ਬੜੇ ਤਰੀਕਿਆਂ ਨਾਲ ਵਿਕਾਰ ਭੋਗੇ ਵਿਲਾਸ ਭੋਗੇ ਨੇ। ਇਸ ਲਈ ਇਹਨਾਂ ਦੀ ਹਾਲਤ ਐਸੀ ਹੋਈ ਹੈ ਜੀ। ਇਹਨਾਂ ਦੀ ਐਸੀ ਹਾਲਤ ਮਹਾਰਾਜ ਕਹਿੰਦੇ ਵੇਖੀ ਨਹੀਂ ਜਾਂਦੀ। ਇਹ ਬਾਬਰ ਤੇਰੀ ਫੌਜ ਨੇ ਐਸਾ ਬੇਹਾਲ ਏਮਨਾਬਾਦ ਨਗਰ ਕੀਤਾ ਹੈ ਜਿਹੜਾ ਇਹਨਾਂ ਦਾ ਪਠਾਣਾ ਦਾ ਰਾਜ ਸੀ ਨਾ ਉਹ ਸਾਰਾ ਹੀ ਤੂੰ ਖਤਮ ਕਰ ਦਿੱਤਾ ਹੈ। ਇਹਨਾਂ ਦੀ ਜੋ ਸਫਾ ਹੈ ਉਹ ਉਠਾ ਦਿੱਤੀ ਹੈ। ਜਿਸ ਰਾਜ ਭਾਗ ਦਾ ਇਹਨਾਂ ਨੂੰ ਬੜਾ ਹੰਕਾਰ ਸੀ, ਹੰਕਾਰੀ ਹੋਏ ਜੇਕਰ ਕੋਈ ਲੋੜਵੰਦ ਪ੍ਰਸ਼ਾਦਾ ਲੈਣ ਜਾਂਦਾ ਤੇ ਭੈੜੇ ਬੋਲ ਬੋਲਦੇ ਸਨ। ਇਸ ਪ੍ਰਕਾਰ ਉਹਨਾਂ ਨੂੰ ਧੱਕੇ ਮਾਰਦੇ ਸਨ। ਤੇ ਹੁਣ ਐਸੀ ਹਾਲਤ ਹੋਈ ਹੈ ਜਿਨ੍ਹਾਂ ਨੇ ਕਦੇ ਆਪਣੇ ਘਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਦਿੱਤਾ ਸੀ। ਵੇਖ ਬਾਬਰ ਵਾਹਿਗੁਰੂ ਐਸਾ ਬਲੀ ਹੈ ਅੱਜ ਉਹਨਾਂ ਨੂੰ ਪ੍ਰਸ਼ਾਦਾ ਨਸੀਬ ਨਹੀਂ ਹੋ ਰਿਹਾ। ਜਿਨ੍ਹਾਂ ਨੇ ਕਦੇ ਲੋੜਵੰਦਾਂ ਨੂੰ ਆਪਣੇ ਘਰ ਦੀ ਦਹਲੀਜ਼ ਨਹੀਂ ਚੜ੍ਹਨ ਦਿੱਤਾ ਸੀ, ਰੇਹੜੀ ਨਹੀਂ ਚੜ੍ਹਨ ਦਿੱਤਾ ਸੀ, ਅੱਜ ਵੇਖ ਉਹਨਾਂ ਦੇ ਮਹਿਲ ਉਹਨਾਂ ਤੋਂ ਦੂਰ ਹੋਏ ਨੇ। ਉਹਨਾਂ ਨੂੰ ਆਪਣੇ ਮਹਿਲਾਂ ਦੇ ਕੋਲ ਬੈਠਣ ਦਾ ਸਮਾਂ ਨਹੀਂ ਮਿਲਦਾ। ਜਿਨ੍ਹਾਂ ਨੇ ਕਦੇ ਵੀ ਪਰਮੇਸ਼ਰ ਦਾ ਨਾਮ ਇਹਨਾਂ ਮੁਖਾਂ ਤੋਂ ਨਹੀਂ ਜਪਿਆ ਤੇ ਅੱਜ ਉਹਨਾਂ ਮੁਖਾਂ ਨੂੰ ਭੋਜਨ ਵੀ ਨਸੀਬ ਨਹੀਂ ਹੁੰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਬਲੀ ਹੈ, ਜੋ ਜੀਵਨ ਦੇ ਅੰਦਰ ਸਾਰੀਆਂ ਦਾਤਾਂ ਵਾਹਿਗੁਰੂ ਤੋਂ ਲੈਂਦਾ ਹੈ ਔਰ ਕਦੇ ਵੀ ਉਸ ਦਾ ਸ਼ੁਕਰਾਨਾ ਨਹੀਂ ਕਰਦਾ ਔਰ ਕਦੇ ਵੀ ਉਸ ਦੀ ਭਜਨ ਬੰਦਗੀ ਨਹੀਂ ਕਰਦਾ। ਮਹਾਰਾਜ ਕਹਿੰਦੇ ਏਦਾਂ ਨਹੀਂ ਭਾਈ, ਉਹ ਜੀਵਨ ਅੰਦਰ ਦੁੱਖ ਪਾਉਂਦਾ ਹੈ। ਵਾਹਿਗੁਰੂ ਹੀ ਸਾਰੇ ਸੁੱਖਾਂ ਨੂੰ ਬਖਸ਼ਣ ਵਾਲਾ ਹੈ ਔਰ ਵਾਹਿਗੁਰੂ ਤੋਂ ਬਿਨਾਂ ਇਹਨਾਂ ਦੁੱਖਾਂ ਦੇ ਸਮਿਆਂ ਨੂੰ ਕੋਈ ਟਾਲ ਨਹੀਂ ਸਕਦਾ। ਇਹਨਾਂ ਦੁੱਖਾਂ ਦੇ ਵਿੱਚੋਂ ਮਨੁੱਖਾਂ ਨੂੰ ਕੋਈ ਕੱਢ ਨਹੀਂ ਸਕਦਾ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਐਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬਰ ਤਾਈ ਇਹ ਸਾਰੀ ਕਹਾਣੀ ਦੱਸ ਰਹੇ ਨੇ ਕਿ ਏਮਨਾਬਾਦ ਦੇ ਨਗਰ ਜਦੋਂ ਤੱਕ ਤੂੰ ਚੜ੍ਹਾਈ ਨਹੀਂ ਕੀਤੀ ਸੀ ਉਦੋਂ ਐਸੇ ਹੰਕਾਰੀ ਸਨ ਤੇ ਹੁਣ ਤੂੰ ਚੜ੍ਹਾਈ ਕਰਕੇ ਇਹਨਾਂ ਨੂੰ ਕੁਚਲ ਦਿੱਤਾ ਹੈ, ਦਬਾ ਦਿੱਤਾ ਹੈ ਤੇ ਹੁਣ ਇਹਨਾਂ ਦੀ ਹਾਲਤ ਐਸੀ ਹੋਈ ਹੈ। ਇਹਨਾਂ ਪਠਾਣਾ ਦਾ ਜੋ ਰਾਜ ਹੈ ਇਹ ਬਾਬਰ ਨੂੰ ਖਤਮ ਕਰ ਦਿੱਤਾ ਹੈ, ਮਿੱਟੀ ਕਰ ਦਿੱਤਾ ਹੈ।
ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਆਉਣ ਵਾਲਾ ਗੁਰ ਅਭਿਆਸ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਿਵੇਂ ਗੁਰੂ ਨਾਨਕ ਪਾਤਸ਼ਾਹ ਇਸ ਬਾਬਰ ਨੂੰ ਆਪਣਾ ਸਿੱਖ ਬਣਾਉਂਦੇ ਨੇ, ਉਪਦੇਸ਼ ਦਿੰਦੇ ਨੇ। ਮਹਾਰਾਜ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਮਝ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ, ਸਮਾਪਤੀ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ। ਸਬਦ ਉਦਾ ਗਾਵਾ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਡੇ ਸਾਹਿਬਾ ਗਿਆਨਾ ਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਦੀਕਸ਼ਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਗ੍ਰਹ ਤਿਸਤੀਆਂ ਇਨ ਵਡਿਆਈਆਂ। ਨਾਨਕ ਸੁਨਹੁ ਸੰਤੋ ਸਬਦ ਧਰਮ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਰਸ ਕੀਤੇ, ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਆਹ ਨਾਨਕ ਤੈ ਸਭ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਾਏ ਸਾਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਰਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਬਾਣੀ ਪਿਤਾ, ਮਾਤਾ ਧਰਤ ਮਹਤ। ਨਿਸਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ